ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਅਪਡੇਟ ਕੈਲੀਫੋਰਨੀਆ 'ਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 22 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਕੋਲ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਾਲ 4082722500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸੇਵਕ ਸਿੰਘ ਹੋਲਿਸਟ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਮਨਜੀਤ ਸਿੰਘ ਕਾਲੋਂ ਮੋਡੈਸਟੋ, ਮੱਖਣ ਸਿੰਘ ਮਾਨ ਜੈਨਸਨਵਿਲ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408722 ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਵੀ ਦੱਸਿਆ ਸੀ ਤੁਹਾਨੂੰ ਵੀ ਫੈਡਰਲ ਰਿਜ਼ਰਵ ਬੋਰਡ ਦੇ ਜਰੋਮੀ ਪਾਵਲ ਆ ਜੋ ਉਹਨਾਂ ਨੇ ਅੱਜ ਅਨਾਉਂਸ ਕਰਤਾ ਵੀ ਕੁਆਟਰ ਬੇਸਿਸ ਪੁਆਇੰਟ ਜੋ ਇੰਟਰਸਟ ਰੇਟ ਆ ਉਹ ਵਧਾਉਣ ਜਾ ਰਹੇ ਆ ਤਾਂ ਕਿ USA ਦੀ ਜਿਹੜੀ ਇਕਨੋਮੀ ਆ ਉਹ ਇਨਫਲੇਸ਼ਨ ਖਾਸ ਕਰਕੇ ਉਹ ਸਲੋ ਹੋ ਸਕੇ। ਕਹਿੰਦੇ ਵੀ ਬੈਂਕਿੰਗ ਕ੍ਰਾਈਸਿਸ ਜੋ ਆ ਉਹ ਲੈਂਡਿੰਗ ਨੂੰ ਬਹੁਤ ਟਾਈਟ ਕਰ ਦੂਗਾ। ਵੀ ਜਿਹੜਾ ਆਪਾਂ ਲੋਨ ਲੈਣਾ ਆ ਕਿਸੇ ਤਰ੍ਹਾਂ ਦਾ ਉਹ ਕਾਫੀ ਜ਼ਿਆਦਾ ਜਿਹੜਾ ਔਖਾ ਹੋਊਗਾ। ਕਹਿਣ ਦਾ ਮਤਲਬ ਇਹ ਆ ਵੀ ਇੰਟਰਸਟ ਰੇਟ ਹੋਰ ਵੱਧ ਗਿਆ ਹੈਗਾ। ਸੋ 12 ਵਾਰੀ ਇੰਟਰਸਟ ਰੇਟ ਹੁਣ ਤੱਕ ਵੱਧ ਚੁੱਕਾ ਹੈਗਾ। 2 ਬੈਂਕਾਂ ਫੇਲ ਹੋ ਗਈਆਂ। ਬਹੁਤ ਸਾਰੇ ਸਰੋਤਿਆਂ ਨੂੰ ਲੱਗਦਾ ਹੋਊਗਾ ਵੀ ਸ਼ਾਇਦ ਹੁਣ ਕੁਆਟਰ ਬੇਸਿਸ ਪੁਆਇੰਟ ਨਾਲ ਇੰਟਰਸਟ ਰੇਟ ਵਧਣ ਨਾਲ ਮੇ ਬੀ ਜਿਹੜਾ ਤੁਹਾਡੇ ਘਰਾਂ ਦਾ ਇੰਟਰਸਟ ਰੇਟ ਆ 7.5% ਤੇ ਚੱਲ ਜਾਏ। ਪਰ ਮੈਂ ਦੱਸਦਾ ਜਾਵਾਂ 1980 ਦੇ ਵਿੱਚ 19.4% ਤੱਕ ਵੀ ਇੰਟਰਸਟ ਰੇਟ ਰਿਹਾ ਹੈਗਾ 1980 ਦੇ ਲਾਗੇ ਛਾਗੇ। ਸੋ ਬਹੁਤ ਸਾਰੇ ਇਹ ਸੋਚਦੇ ਸੀ ਵੀ ਸ਼ਾਇਦ 50 ਬੇਸਿਸ ਪੁਆਇੰਟ ਜਾਂ 75 ਬੇਸਿਸ ਪੁਆਇੰਟ ਜਿਹੜਾ ਰੇਟ ਆ ਉਹ ਵਧੂਗਾ, ਪਰ ਫੈਡਰਲ ਰਿਜ਼ਰਵ ਬੋਰਡ ਨੇ ਕੁਆਟਰ ਬੇਸਿਸ ਪੁਆਇੰਟ ਹੀ ਇੰਟਰਸਟ ਰੇਟ ਵਧਾਇਆ ਹੈ। ਜੀ ਬਿਲਕੁਲ। ਸੋ ਦੇਖੋ ਅੱਗੇ ਇਸ ਦੇ ਨਾਲ ਕਿੰਨਾ ਕੁ ਜਿਹੜਾ ਫਰਕ ਪੈਣਾ। ਅੱਜ ਇਨਵੈਸਟਰਸ ਨੇ ਜਿਹੜੇ ਡਾਲਰ ਆ ਉਹ ਕਢਾਉਣੇ ਸ਼ੁਰੂ ਕਰ ਦਿੱਤੇ ਸੀ। ਇਸ ਜਿਹੜੀ ਚੀਜ਼ ਤੋਂ ਬਾਅਦ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਉਹ ਆંકੜੇ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੇ ਹੁਣ ਜੇ ਵੈਦਰ ਦੀਆਂ ਕੁਝ ਘਟਨਾਵਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਵੈਦਰ ਸਟੋਰਮ ਦੇ ਉੱਤੇ ਸਟੋਰਮ ਜਿਹੜਾ ਉਹ ਲਗਾਤਾਰ ਆ ਰਿਹਾ ਆ। ਬੰਬ ਸਾਈਕਲੋਨ ਦੇ ਵਿੱਚ ਇਸ ਦੇ ਨਾਲ ਨਾਲ ਜਿਹੜਾ ਹਰਜੋਤ ਸਿੰਘ ਜੀ ਟੋਰਨੇਡੋਜ਼ ਜਿਹੜੇ ਆ ਉਹ ਵੀ ਟੱਚ ਡਾਊਨ ਕੀਤੇ ਨੇ ਸਦਰਨ ਕੈਲੀਫੋਰਨੀਆ ਦੇ ਵਿੱਚ। ਜਿੱਥੇ ਮੀਂਹ ਵੀ ਪੈਣੇ ਕਈ ਵਾਰੀ ਦੁਰਲਭ ਹੋ ਜਾਂਦੇ ਆ, ਉੱਥੇ ਟੋਰਨੇਡੋਜ਼ ਜਿਹੜੇ ਉਹ ਟੱਚ ਡਾਊਨ ਹੋਏ ਆ। ਮੌਂਟੇਬੈਲੋ ਇਲਾਕੇ ਦੇ ਵਿੱਚ ਟੋਰਨੇਡੋ ਦੇ ਟੱਚ ਡਾਊਨ ਹੋਣ ਦੇ ਨਾਲ ਕਈ ਬਿਲਡਿੰਗਸ ਆ ਉਹਨਾਂ ਨੂੰ ਡੈਮੇਜ ਹੋਇਆ। ਨੈਸ਼ਨਲ ਵੈਦਰ ਸਰਵਿਸ ਨੇ ਜਿਹੜਾ ਇਸ ਦੇ ਬਾਰੇ ਦੱਸਿਆ ਸੀ। ਡਾਊਨਟਾਊਨ ਤੋਂ 8 ਮੀਲ ਦੂਰ ਜਿਹੜਾ ਆ ਉਹ ਈਸਟ ਵਾਲੇ ਪਾਸੇ ਨੂੰ ਇਹ ਸ਼ਹਿਰ ਹੈਗਾ ਆ ਜਿੱਥੇ ਇਹ ਆਇਆ ਟੋਰਨੇਡੋ ਆਇਆ ਆ। ਵੀਡੀਓਜ਼ ਜਿਹੜੀਆਂ ਆ ਰਹੀਆਂ ਘਰਾਂ ਦੀਆਂ ਛੱਤਾਂ ਦੇ ਉੱਤੇ ਜਿਹੜੇ ਸ਼ਿੰਗਲਸ ਜਾਂ ਹੋਰ ਚੀਜ਼ਾਂ ਡੈਬਰੀ ਜਿਹੜੀ ਆ ਬਹੁਤ ਜ਼ਿਆਦਾ ਉਸ ਦੇ ਵਿੱਚ ਉੱਡ ਰਹੀ ਆ। ਦਰਿਆ ਦੇ ਵਿੱਚ ਫਨਲ ਕਲਾਊਡ ਬਣਦਾ ਹੋਇਆ ਨਜ਼ਰ ਆਇਆ ਜੋ ਕਿ ਇਵੈਂਚੁਅਲੀ ਲੈਂਡ ਦੇ ਉੱਤੇ ਜ਼ਮੀਨ ਦੇ ਉੱਤੇ ਇੱਥੇ ਮੌਂਟੇਬੈਲੋ ਇਲਾਕੇ ਦੇ ਵਿੱਚ ਟੱਚ ਡਾਊਨ ਕੀਤਾ ਆ। ਤੇ ਕਾਫੀ ਨੁਕਸਾਨ ਇਸ ਦੇ ਕਰਕੇ ਜਿਹੜਾ ਹਰਜੋਤ ਸਿੰਘ ਜੀ ਹੋਇਆ ਹੈਗਾ ਆ। 5 ਲੋਕ ਹੁਣ ਤੱਕ ਉਹਨਾਂ ਦੀ ਮੌਤ ਹੋ ਚੁੱਕੀ ਆ। 90,000 ਤੋਂ ਵੱਧ ਲੋਕਾਂ ਦੀ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਬਿਜਲੀ ਹੈ ਨਹੀਂ। ਨੈਸ਼ਨਲ ਵੈਦਰ ਸਰਵਿਸ ਨੇ ਇਹ ਦੱਸਿਆ ਆ ਵੀ ਇੱਕ ਜਾਣਾ ਜੋ ਆ ਉਹ ਸੈਨ ਮਟੇਓ ਕਾਉਂਟੀ ਦੇ ਵਿੱਚ ਉਹਨਾਂ ਦੀ ਮੌਤ ਹੋਈ ਕਿਉਂਕਿ ਟਰੀ ਡਿੱਗ ਪਿਆ ਸੀ ਉਹਨਾਂ ਦੀ ਕਾਰ ਦੇ ਉੱਤੇ ਤੇ ਉਹਦੇ ਵਿੱਚ ਹੀ ਮੌਤ ਹੋ ਗਈ। ਜਿਹੜਾ ਸੈਨ ਫਰਾਂਸਿਸਕੋ ਦੇ ਲਾਗੇ ਸੈਨ ਮਟੇਓ ਹੈਗਾ, ਇਹ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਦੱਸਿਆ ਹੈਗਾ। ਫਾਇਰ ਆਫੀਸ਼ੀਅਲਸ ਨੇ ਦੱਸਿਆ ਵੀ ਕੰਟਰਾ ਕੋਸਟਾ ਕਾਉਂਟੀ ਦੇ ਵਿੱਚ ਵੀ ਇੱਕ ਬਹੁਤ ਵੱਡਾ ਟਰੀ ਡਿੱਗ ਪਿਆ ਕਾਰ ਦੇ ਉੱਤੇ ਜਿਹਦੇ ਨਾਲ ਪੈਸੰਜਰ ਦੀ ਮੌਤ ਹੋ ਗਈ ਤੇ ਇੱਕ ਡਰਾਈਵਰ ਵੀ ਜਿਹੜਾ ਬੁਰੀ ਤਰ੍ਹਾਂ ਫੱਟੜ ਹੋ ਗਿਆ। ਇਸੇ ਤਰ੍ਹਾਂ ਓਕਲੈਂਡ ਦੇ ਵਿੱਚ ਇੱਕ 50 ਫੁੱਟ ਲੰਮਾ ਟਰੀ ਇੱਕ ਹੋਮਲੈਸ ਬੰਦੇ ਦੇ ਉੱਤੇ ਡਿੱਪਿਆ ਤੇ ਉਸ ਦੀ ਜਿਹੜੀ ਮੌਤ ਹੋ ਗਈ ਹੈਗੀ ਆ। ਇੰਟਰਸਟੇਟ 80 ਨਾਰਦਰਨ ਕੈਲੀਫੋਰਨੀਆ ਦੇ ਵਿੱਚ ਫਲੱਡਿੰਗ ਕਰਕੇ ਬੰਦ ਕਰਨੀ ਪਈ। ਸੈਂਟਾ ਕਰੂਜ਼ ਕਾਉਂਟੀ ਏਰੀਆ ਦੇ ਵਿੱਚ ਇਸੇ ਤਰ੍ਹਾਂ ਪੈਸੀਫਿਕ ਕੋਸਟ ਹਾਈਵੇ ਸਾਊਥ ਆਫ ਲਾਸ ਐਂਜਲਸ ਉਸ ਦੇ ਪੋਰਸ਼ਨ ਨੂੰ ਵੀ ਕੁਝ ਸਮੇਂ ਦੇ ਲਈ ਬੰਦ ਕਰਨਾ ਪਿਆ। ਮੌਂਟੇਬੈਲੋ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਵੀਡੀਓਜ਼ ਆ ਰਹੀਆਂ ਸੋਸ਼ਲ ਮੀਡੀਆ ਤੇ ਵੀ ਹੋਰ ਪੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਉਹਦੇ ਨਾਲ ਹੋਇਆ ਟੋਰਨੇਡੋ ਦੇ ਨਾਲ। ਕਈ ਲੋਕਾਂ ਦੀਆਂ ਜਿਹੜੀਆਂ ਛੱਤਾਂ ਆ ਉਹ ਪਾੜ ਕੇ ਜਿਹੜੇ ਇਹ ਉੱਡ ਗਈਆਂ। ਸੈਨ ਫਰਾਂਸਿਸਕੋ ਦੇ ਵਿੱਚ ਹਾਈ ਰਾਈਜ਼ ਜਿਹੜੇ ਬਿਲਡਿੰਗਸ ਆ ਉਹਨਾਂ ਦੇ ਸ਼ੀਸ਼ੇ ਡਿੱਗ ਰਹੇ ਆ।
ਹਰ ਰੋਜ਼ ਆਪਾਂ ਨੂੰ ਖਬਰਾਂ ਆ ਰਹੀਆਂ। ਸੋ ਕਾਫੀ ਏਰੀਆ ਆਲੇ ਦੁਆਲੇ ਕਾਰਡਨ ਆਫ ਕੀਤਾ ਗਿਆ ਹੈ। ਨੈਸ਼ਨਲ ਵੈਦਰ ਸਰਵਿਸ ਆਕਸਨਰਡ ਜੋ ਲਾਸ ਐਂਜਲਸ ਸਾਈਡ ਦੇ ਵਿੱਚ ਆ, ਉਹਨਾਂ ਨੇ ਇਹ ਕਿਹਾ ਵੀ ਮੌਂਟੇਬੈਲੋ ਏਰੀਏ 'ਚ ਅਸੀਂ ਸਰਵੇ ਕਰਨ ਜਾ ਰਹੇ ਹਾਂ ਵੀ ਕਿੰਨਾ ਕੁ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਆ। ਸਟੈਨਫੋਰਡ ਯੂਨੀਵਰਸਿਟੀ ਨੇ ਆਪਣੇ ਜਿਹੜੇ ਫਾਈਨਲ ਐਗਜ਼ਾਮ ਆ ਉਹ ਬੰਦ ਕਰ ਦਿੱਤੇ। ਉਹ ਕਹਿੰਦੇ ਵੀ ਬਿਜਲੀ ਚਲ ਗਈ ਸੀ, ਸੋ ਇਸ ਕਰਕੇ ਉੱਥੇ ਫਾਈਨਲ ਐਗਜ਼ਾਮ ਬੱਚਿਆਂ ਦੇ ਨਹੀਂ ਹੋਏ। ਸੈਕਰਾਮੈਂਟੋ ਏਰੀਏ ਦੇ ਵਿੱਚ ਵਾਰਨਿੰਗ ਆ ਹੇਲਸ ਦੀ, ਲਾਈਟਨਿੰਗ ਦੀ, ਗਸਟੀ ਵਿੰਡਸ ਦੀ। ਸੈਂਟਰਲ ਕੈਲੀਫੋਰਨੀਆ ਦੇ ਵਿੱਚ ਜਿੰਨੀਆਂ ਵੀ ਅਥਾਰਟੀਜ਼ ਆ ਉਹ ਟਲੈਰੀ ਰਿਵਰ ਜਿਹੜਾ ਹੈਗਾ ਆ ਤੇ ਉਹਦੇ ਤੇ ਬਹੁਤ ਨਜ਼ਰ ਰੱਖ ਰਹੇ ਆ। 4000 ਫੁੱਟ ਤੋਂ ਉਚਾਈ ਦੇ ਉੱਪਰ ਜਿਹੜੀਆਂ ਆ ਪਹਾੜੀਆਂ ਆ ਉਹਨਾਂ ਦੇ ਉੱਤੇ ਸਨੋ ਬਹੁਤ ਜ਼ਿਆਦਾ ਪੈ ਰਹੀ ਹੈਗੀ ਆ। ਸੋ ਓਵਰਆਲ ਪੂਰੇ ਕੈਲੀਫੋਰਨੀਆ ਦੇ ਵਿੱਚ ਜਿਹੜਾ ਇਹ 12ਵਾਂ ਐਟਮੋਸਫੇਰਿਕ ਰਿਵਰ ਆਇਆ ਉਹਨੇ ਤਬਾਹੀ ਮਚਾਈ ਹੋਈ ਹੈਗੀ ਆ। ਜੀ, ਨਦਰਨ ਕੈਲੀਫੋਰਨੀਆ ਦੇ ਵਿੱਚ ਵੁੱਡਸਾਈਡ ਇਲਾਕੇ ਦੇ ਵਿੱਚ ਮੱਡ ਸਲਾਈਡ ਹੋਏ ਆ, ਜਿਹਦੇ ਕਰਕੇ 30 ਘਰਾਂ ਨੂੰ ਇਸ ਟਾਈਮ ਖਤਰਾ ਬਣਿਆ ਆ ਵੀ ਉਹ ਨੁਕਸਾਨ ਦੇ ਪਾਸੇ ਹੈਗੇ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਬਣੀ ਆ, ਉੱਥੇ ਲੱਗੇ ਹੋਏ ਨੇ ਫਾਇਰ ਡਿਪਾਰਟਮੈਂਟ ਵਾਲੇ ਵੀ ਇਹਨਾਂ ਨੂੰ ਉੱਥੋਂ ਸੁਰੱਖਿਅਤ ਜਿਹੜਾ ਉਹ ਕੱਢਿਆ ਜਾ ਸਕੇ। ਵੁੱਡਸਾਈਡ ਫਾਇਰ ਡਿਪਾਰਟਮੈਂਟ ਨੇ ਕਿਹਾ ਤਕਰੀਬਨ ਸਵੇਰੇ 5 ਵਜੇ ਉਹਨਾਂ ਨੂੰ ਇੱਕ ਹੋਮ ਓਨਰ ਦੀ ਕਾਲ ਆਉਂਦੀ ਆ, 911 ਆਉਂਦੀ ਆ ਵੀ ਟਰੀ ਲੱਗਦਾ ਵੀ ਉਸਦੇ ਘਰ ਵੱਲ ਨੂੰ ਜਿਹੜਾ ਉਹ ਡਿੱਗ ਸਕਦਾ ਆ। ਇਸ ਤੋਂ ਪਹਿਲਾਂ ਵੀ ਉਹ ਡਿੱਗਦਾ ਤੇ ਉਹਨਾਂ ਨੇ ਉਸ ਨੂੰ ਉੱਥੋਂ ਕੱਢਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ। ਸੋ ਇਹ 30 ਦੇ 30 ਜਿਹੜੇ ਹੋਮ ਓਨਰਸ ਆ, ਜਿਹੜੇ ਘਰ ਖਤਰੇ 'ਚ ਆ ਰੁੜਨ ਦੇ ਕਹਿ ਸਕਦੇ ਆ, ਮੱਡ ਸਲਾਈਡ ਹੋਣ ਦੇ ਜਾਂ ਉਹਦੇ ਹੇਠਾਂ ਦੱਬਣ ਦੇ, ਉਹਨਾਂ ਨੂੰ ਉੱਥੋਂ ਇਵੈਕੂਏਟ ਕੀਤਾ ਗਿਆ ਹੈਗਾ ਆ। ਸੋ ਜ਼ਮੀਨ ਦੇ ਵਿੱਚ ਪਾਣੀ ਇੰਨਾ ਕੁ ਜ਼ਿਆਦਾ ਰਚਿਆ ਹੋਇਆ ਆ, ਹੋਰ ਪਾਣੀ ਜਿਹੜੀ ਆ ਉਹ ਸੋਕਣ ਦੀ ਸਮਰੱਥਾ ਧਰਤੀ ਦੇ ਵਿੱਚ ਨਹੀਂ ਹੈ ਤੇ ਬਾਰ-ਬਾਰ ਜਿਹੜੇ ਆ ਰਹੇ ਜਿਹੜੇ ਲਗਾਤਾਰ ਕੰਟੀਨਿਊਸਲੀ ਮੀਂਹ ਆ ਰਹੇ ਆ ਉਹਦੇ ਨਾਲ ਪ੍ਰੋਬਲਮ ਆ। ਕਈ ਥਾਵਾਂ ਦੇ ਉੱਤੇ ਗੜੇਮਾਰੀ ਜਿਹੜੀ ਉਹ ਹੋਈ ਆ, ਜਿਹੜੇ ਦਰਿਆ ਕਈ ਆ ਉਹਨਾਂ ਦੇ ਵਿੱਚ ਪਾਣੀ ਬਿਲਕੁਲ ਚੜ੍ਹ ਕੇ ਜਿਹੜਾ ਉਹ ਆ ਰਿਹਾ ਆ। ਪਾਈਨ ਫਲੈਟ ਜਿਹੜਾ ਡੈਮ ਆ ਉਸ ਦੇ ਵਿੱਚੋਂ ਵੀ ਪਾਣੀ ਛੱਡਿਆ ਗਿਆ ਆ, ਜਿਸ ਦੇ ਹੇਠਾਂ ਵਗਦੇ ਦਰਿਆ ਜਿਹੜੇ ਪਹਿਲਾਂ ਹੀ ਉੱਚੇ ਜਿਹੜੇ ਉਹ ਚੱਲ ਰਹੇ ਸੀਗੇ ਤੇ ਉਹਨਾਂ ਦੇ ਵਿੱਚ ਹੋਰ ਪਾਣੀ ਆਉਣ ਦੇ ਨਾਲ ਬੰਨ੍ਹ ਟੁੱਟਣ ਜਾਂ ਇਰਦ ਗਿਰਦ ਦੇ ਇਲਾਕਿਆਂ ਦੇ ਵਿੱਚ ਫਲੱਡਿੰਗ ਦੀ ਸੰਭਾਵਨਾ ਬਣੀ ਪਈ ਆ। ਸੋ ਇਹ ਸਟੋਰਮ ਦੇ ਵਿੱਚ ਜਿੱਥੇ ਜਿਹੜੀਆਂ ਬੇਸ਼ਕੀਮਤੀ ਜਾਨਾਂ ਜਿਹੜੀਆਂ ਉਹ ਜਾ ਰਹੀਆਂ ਆ, ਉਸ ਦੇ ਨਾਲ ਹੋਰ ਬਹੁਤ ਸਾਰਾ ਇਨਫਰਾਸਟਰਕਚਰ ਦਾ, ਲੋਕਾਂ ਦੇ ਘਰਾਂ ਦਾ, ਬਿਜ਼ਨਸਿਸ ਦਾ ਤੇ ਐਗਰੀਕਲਚਰ ਦਾ ਨੁਕਸਾਨ ਲਗਾਤਾਰ ਹੋ ਰਿਹਾ ਆ। ਇਹ ਸਟੋਰਮਸ ਚੰਗੇ ਖਾਸੇ ਲੰਮੇ ਸਮੇਂ ਦੇ ਲਈ ਇੰਪੈਕਟ ਜਿਹੜੇ ਕੈਲੀਫੋਰਨੀਆ ਦੇ ਉੱਤੇ ਪਾ ਕੇ ਜਾਣਗੇ। ਜੀ ਹੁਣ ਤੋਂ ਥੋੜਾ ਸਮਾਂ ਪਹਿਲਾਂ ਇੱਕ ਸ਼ੋਅ ਚੱਲ ਰਿਹਾ ਸੀ, ਉਹਦੇ 'ਚ ਇੱਕ ਸਰੋਤਾ ਵੀ ਆਇਆ ਸੀ ਵੀ ਜੇ ਸਿੱਖਾਂ ਦਾ ਮੁਲਕ ਬਣਿਆ ਤਾਂ ਕਿੱਦਾਂ ਦਾ ਹੋਊਗਾ, ਤਾਲੀਬਾਨ ਹੋਊਗਾ ਤੇ ਜਿਹੜਾ ਹੁਣ ਵਾਲਾ ਮੁਲਕ ਆ ਇੰਡੀਆ ਉਹ ਬੜਾ ਡੈਮੋਕ੍ਰੇਟਿਕ ਮੁਲਕ ਆ। ਇੰਨਾ ਗੰਦ ਉੱਥੇ ਦੇ ਲੋਕ ਅਮਰੀਕਾ ਦੇ ਵਿੱਚ ਲੈ ਆਏ ਆ। ਕੈਲੀਫੋਰਨੀਆ ਸਟੇਟ ਅਮਰੀਕਾ ਦੇ ਵਿੱਚ ਪਹਿਲੀ ਸਟੇਟ ਬਣਨ ਜਾ ਰਹੀ ਆ ਜਿੱਥੇ ਕਾਸਟ ਵੇਸਡ ਡਿਸਕ੍ਰਿਮੀਨੇਸ਼ਨ ਆ ਉਹਦੇ ਅਗੇਂਸਟ ਲਾ ਬਣੂਗਾ, ਪਹਿਲੀ ਸਟੇਟ ਹੋਊਗੀ। ਇਹ ਸਾਰਾ ਕੁਝ ਆਇਆ ਕਾਤੇ ਆ, ਜਿਹੜੇ ਹਾਈ ਕਲਾਸ ਹਿੰਦੂਜ਼ ਆ ਮੋਸਟਲੀ ਇੰਡੀਆ ਤੋਂ ਆਏ ਆ, ਇੱਥੇ ਵੱਡੀਆਂ ਜਿਹੜੀਆਂ ਆਈਟੈਕ ਕੰਪਨੀਆਂ ਆ ਉਹਨਾਂ ਦੇ ਵਿੱਚ ਜੌਬ ਕਰਦੇ ਆ, ਮੈਨੇਜਰ ਲੱਗੇ ਆ ਤੇ ਉੱਥੇ ਜੇ ਕੋਈ ਦਲਿਤ ਭਰਾ ਜਾਂ ਭੈਣ ਆਉਂਦੀ ਆ ਜਾਂ ਹੋਰ ਕਾਸਟ ਦੇ ਬੰਦੇ ਆਉਂਦੇ, ਉਹਨਾਂ ਦੇ ਨਾਲ ਬਹੁਤ ਵੱਡੀ ਡਿਸਕ੍ਰਿਮੀਨੇਸ਼ਨ ਹੁੰਦੀ ਹੈਗੀ ਆ। ਇਹ ਬਹੁਤ ਵੱਡਾ ਇਸ਼ੂ ਬਣਿਆ ਸੀ। ਇੱਥੇ ਜਿਹੜੀ ਸਿਸਕੋ ਕੰਪਨੀ ਦੇ ਵਿੱਚ ਵੀ ਵੱਡੀਆਂ ਜਿਹੜੀਆਂ ਮਰਕਰੀ ਨਿਊਜ਼, ਲਾਸ ਐਂਜਲਸ ਟਾਈਮ ਬੜੇ ਆਰਟੀਕਲ ਆਏ ਆ। ਸੋ ਇਹ ਇੰਡੀਆ ਦੀ ਡੈਮੋਕ੍ਰੇਸੀ ਨੇ ਆਪਣਾ ਗੰਦ ਇੱਥੇ ਵੀ ਨਾਲ ਲੈ ਆਂਦਾ। ਸੋ ਹੁਣ ਉਸ ਗੰਦ ਨੂੰ ਜਿਹੜਾ ਮਿਟਾਉਣ ਦੇ ਲਈ ਸਟੇਟ ਸੈਨੇਟਰ ਐਸ਼ਾ ਬਹਾਵ ਜੋ ਰਿਪਰੈਜ਼ੈਂਟ ਕਰਦੀ ਆ ਫਰੀਮੌਂਟ ਨੂੰ, ਸੈਨੋਜ਼ੇ ਨੂੰ ਤੇ ਹੋਰ ਸਾਊਥ ਏਸ਼ੀਅਨ ਅਮਰੀਕਨ ਹੱਬ ਜੋ ਨਾਰਦਰਨ ਕੈਲੀਫੋਰਨੀਆ 'ਚ ਆ, ਉਹਨਾਂ ਨੂੰ ਲੋਕਾਂ ਨੇ ਜਿਹੜਾ ਰੀਚ ਕੀਤਾ ਵੀ ਦੇਖੋ ਕਿੱਦਾਂ ਧੱਕਾ ਹੋ ਰਿਹਾ ਅਮਰੀਕਾ ਦੇ ਵਿੱਚ ਵੀ ਉਹਨੂੰ ਤਾਂ ਛੱਡ ਕੇ ਅਸੀਂ ਇੰਡੀਆ 'ਚ ਆਏ ਸੀ। ਸੋ ਉਸ ਨੂੰ ਲੈ ਕੇ ਇਹ ਪਹਿਲਾ ਜਿਹੜਾ ਲਾਅ ਬਣਨ ਜਾ ਰਿਹਾ ਆ ਉਹ ਜਿਹੜੀ ਅਸੈਂਬਲੀ ਦੇ ਵਿੱਚ ਬਿੱਲ ਲੈ ਕੇ ਆ ਰਹੀ ਆ। ਕਹਿੰਦੇ ਵੀ ਜਿਸ ਹਿਸਾਬ ਦੇ ਨਾਲ ਇੰਡੀਆ ਦੇ ਵਿੱਚ ਹਿੰਦੂ ਨੈਸ਼ਨਲਿਜ਼ਮ ਦਾ ਬਹੁਤ ਜ਼ੋਰ ਚੱਲ ਰਿਹਾ ਹੈਗਾ ਆ ਤੇ ਉਹਦਾ ਅਸਰ ਡਾਇਸਪੋਰਾ ਤੇ ਵੀ ਹੋ ਰਿਹਾ ਆ। ਸੋ ਜਿਹੜੇ ਲੋਕਾਂ ਦੇ ਬੱਚੇ ਹਾਈ ਕਲਾਸ ਜਾਂ ਹਾਈ ਕਾਸਟ ਫੈਮਿਲੀ ਦੇ ਵਿੱਚ ਜੰਮੇ ਹੋਏ ਆ ਤੇ ਉਹ ਜਿਹੜੇ ਦਲਿਤ ਜਾਂ ਹੋਰ ਮਿਨੋਰਟੀਜ਼ ਆ ਉਹਨਾਂ ਨੂੰ ਉਹ ਬੰਦੇ ਨਹੀਂ ਸਮਝਦੇ ਹੈਗੇ। ਸੋ ਇਹ ਸਾਰੇ ਨੂੰ ਇਹ ਜੋ ਨਵੀਂ ਅਸੈਂਬਲੀ ਵੂਮਨ ਹੈਗੀ ਆ ਫਰੀਮੌਂਟ ਦੀ, ਇਸ ਬਿੱਲ ਨੂੰ ਲੈ ਕੇ ਆ ਰਹੀ ਆ ਕੈਲੀਫੋਰਨੀਆ ਦੇ ਵਿੱਚ ਤੇ ਪਹਿਲੀ ਸਟੇਟ ਬਣਨ ਜਾ ਰਹੀ ਆ। ਇਸ ਤੋਂ ਪਹਿਲਾਂ ਸਿਆਟਲ ਸਿਟੀ ਪਹਿਲੀ ਸ਼ਹਿਰ ਬਣਿਆ ਸੀ ਜਿਹਦੇ ਵਿੱਚ ਕਾਸਟ ਵੇਸਡ ਡਿਸਕ੍ਰਿਮੀਨੇਸ਼ਨ ਬੈਨ ਕੀਤੀ ਗਈ ਆ। ਸੋ ਉਹ ਸ਼ਹਿਰ ਸੀ, ਹੁਣ ਇਹ ਜਿਹੜਾ ਆ
ਸਟੇਟ ਬਣ ਜਾ ਰਹੀ ਹੈਗੀ ਆ। ਜੀ, ਉਹ ਤਾਂ ਕਹਿਣ ਨੂੰ ਜਿਹੜਾ ਹਰਜੋਤ ਸਿੰਘ ਜੀ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਇੰਡੀਆ 'ਚ ਵੀ ਇਲੀਗਲ ਆ, ਪਰ ਸਭ ਨੂੰ ਹੀ ਪਤਾ ਉੱਥੇ ਕੀ ਹੁੰਦਾ ਆ। ਘੋੜੇ ਤੇ ਸਵਾਰ ਚੜੇ ਜਿਹੜੇ ਦਲਿਤ ਆ ਉਸ ਨੂੰ ਮਾਰ ਦਿੱਤਾ ਜਾਂਦਾ। ਮਾਸਟਰ ਦਾ ਪਾਣੀ ਨੂੰ ਘੜੇ ਨੂੰ ਹੱਥ ਲਾਉਂਦਾ ਆ, ਉਹਦੇ ਹੱਥ ਵੱਢ ਦਿੱਤੇ ਜਾਂਦੇ, ਕੁੱਟ-ਕੁੱਟ ਮਾਰ ਦਿੱਤਾ ਜਾਂਦਾ ਆ, ਬਾਹਾਂ ਵੱਢ ਦਿੱਤੀਆਂ ਜਾਂਦੀਆਂ। ਰੋਜ਼ਮਰਾ ਦੀ ਜਿਹੜੀ ਉੱਥੇ ਕੁੱਟਮਾਰ ਦੀ ਕਹਾਣੀ ਜਿਹੜੀ ਆ, ਜਿਨ੍ਹਾਂ ਨੂੰ ਨੀਵੇਂ ਜਾਤ ਦੇ ਉੱਥੇ ਕਹਿ ਕੇ ਪੁਕਾਰਿਆ ਜਾਂਦਾ ਆ, ਉਹਨਾਂ ਦੇ ਨਾਲ ਜਿਹੜਾ ਉਹ ਹੁੰਦਾ ਆ। ਸੋ ਇਹ ਪਹਿਲਾ ਸੂਬਾ ਜਿਹੜਾ ਉਹ ਬਣਨ ਜਾਊਗਾ। ਸੋ ਉਹ ਗੰਦ ਬਿਲਕੁਲ ਜਿੱਦਾਂ ਤੁਸੀਂ ਕਿਹਾ, ਇਹਨਾਂ ਨੇ ਚੰਗਾ ਇੱਥੇ ਜਿਹੜਾ ਉਹ ਖਿਲਾਰਿਆ ਆ। ਇਹ ਤਾਂ ਤਾਲੀਬਾਨੀਆਂ ਤੋਂ ਵੀ ਭੈੜੇ ਜਿਹੜੇ ਆ ਉਹ ਇਸ ਟਾਈਮ ਬਣਦੇ ਜਾ ਰਹੇ ਆ। ਇੱਕ ਬੰਦੇ ਨੂੰ ਫੜਨ ਦੇ ਲਈ 3 ਕਰੋੜ ਬੰਦਿਆਂ ਦਾ ਇੰਟਰਨੈਟ ਬੰਦ ਕਰ ਦੇਣਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਆਪਾਂ ਨੇ ਸਾਹਮਣੇ ਆ। ਇੱਕ ਕਹਿੰਦਾ ਸੀਗਾ ਵੀ ਮੈਨੂੰ ਦਵਾਈ ਨਹੀਂ ਮਿਲੀ ਤੇ ਮੈਂ ਧਰਨਾ ਜਿਹੜਾ ਆ ਉਹ ਲਾ ਲਵਾਂ। ਅਕਲ ਨੂੰ ਜਿਹਦਾ ਨਾ ਹੋਵੇ ਤੇ ਉਹ ਤੋਂ ਹੁਣ ਕੋਈ ਬਹੁਤੀ ਉਮੀਦ ਜੀ। ਤਾਂ ਆਪਾਂ ਜਿਹੜਾ ਸੋ ਨਹੀਂ ਰੱਖ ਅਮਰੀਕਾ ਸਕਦੇ। ਇੱਕ ਏਦਾਂ ਦਾ ਮੁਲਕ ਆ ਜਿੱਥੇ ਚਾਹੇ ਤੁਸੀਂ ਲੀਗਲ ਆ, ਇਲੀਗਲ ਆ, ਇੰਸ਼ੋਰੈਂਸ ਹੈਗੀ, ਨਹੀਂ ਹੈਗੀ, ਜੇ ਤੁਸੀਂ ਬਿਮਾਰ ਹੋ ਗਏ ਨਾ, ਹਸਪਤਾਲ ਚਲ ਗਏ, ਤੁਹਾਡਾ ਇਲਾਜ ਹੋਊਗਾ। ਉੱਥੇ ਤਾਂ ਮਰੀਆਂ ਪੈਸੇ ਦੇਣੇ ਨਾ ਲਾਸ਼ਾਂ ਦੇਣੇ ਨਹੀਂ ਉਹ ਬਾਅਦ ਦਿੰਦੇ ਦੀ ਉਹ। ਗੱਲ ਆ। ਉੱਥੇ ਤਾਂ ਲਾਸ਼, ਉੱਥੇ ਬੰਦਾ ਮਰ ਜਾਵੇ ਤਾਂ ਉਹਨਾਂ ਕੋਲ ਲੱਖਾਂ ਰੁਪਈਏ ਜਿਹੜੇ ਫਿਰ ਵੀ ਹਥਿਆਏ ਜਾਂਦੇ ਆ। ਪਹਿਲੋਂ ਲਿਆਓ ਪੈਸੇ ਤਾਂ ਫਿਰ ਕਿਸੇ ਨੇ ਉੱਥੇ ਡਾਕਟਰ ਨੇ ਹੱਥ ਜਿਹੜਾ ਉਹ ਪਾਉਣਾ ਆ। ਤੇ ਭਾਈ ਦੇਖ ਲਾ, ਜੇ ਲਾਉਣਾ ਧਰਨਾ ਤਾਂ ਲਾ ਕੇ ਦੇਖ ਲਾ। ਜਿਹੜੇ ਇਹਦਾ ਮਤਲਬ ਇਹ ਆ ਵੀ ਜਿਹੜੇ ਫਾਰਮਰ ਪ੍ਰੋਟੈਸਟ ਕੀਤੇ ਸੀ, ਇਹ ਬੰਦਾ ਉਹਦੇ ਵੀ ਉਲਟੀ ਹੋਣਾ ਆ ਵੀ ਉਹਨਾਂ ਨੂੰ ਕੀ ਆ, ਇਹ ਤਾਂ ਐਵੇਂ ਜਿਹੜਾ ਉਹ ਕਮਲੇ ਜਿਹੜੇ ਉਹ ਲੋਕ ਨੇ। ਸੋ ਇਹ ਇੱਦਾਂ ਦੇ ਜਿਹੜੇ ਬੇਤੁਕੇ ਲੋਕ ਆ ਉਹ ਪਹੁੰਚੇ ਹੋਏ ਨੇ। ਉਹਨਾਂ ਨੇ ਇੱਦਾਂ ਦਾ ਹੀ ਗੰਦ ਜਿਹੜਾ ਆਪਣਾ ਜਿਹੜਾ ਪ੍ਰੋਪੇਗੈਂਡਾ ਇਸ ਹਿਸਾਬ ਦੇ ਨਾਲ ਹੀ ਜਿਹੜਾ ਉੱਥੇ ਫੈਲਾਈ ਜਾਣਾ ਆ। ਤੇ ਅਮਰੀਕਾ ਵਰਗੇ ਮੁਲਕ ਨੂੰ ਅਦਰਵਾਈਜ਼ ਕਾਹਤੇ ਲੋੜ ਪਵੇ ਇਹ ਕਾਸਟ ਬੇਸਡ ਜਿਹੜੀ ਡਿਸਕ੍ਰਿਮੀਨੇਸ਼ਨ ਆ ਉਸ ਦੇ ਉੱਤੇ ਜਿਹੜਾ ਉਹ ਬੈਨ ਅਮਰੀਕਾ ਨੂੰ ਲਾਉਣ ਕੀ ਦੇ ਲਈ। ਪਤਾ ਵੀ ਕਾਸਟ ਕੀ ਹੁੰਦੀ ਆ, ਰਾਈਟ? ਸੋ ਇਹਨਾਂ ਨੇ ਗੰਦ ਪਾਇਆ ਇੱਥੇ ਆ ਕੇ, ਤਦ ਹੀ ਹੋਇਆ ਨਾ ਇਹ ਸਾਰਾ ਕੁਝ। ਜੀ, ਤੇ ਅਗਲੀ ਖਬਰ ਵੱਲ ਚੱਲੀਏ। ਆਪਾਂ ਮਾਈਗ੍ਰੈਂਟਸ ਦੀ ਗੱਲ ਕਰਦੇ ਸੀ। ਹੁਣ ਦੇਖੋ ਭਈ ਕੈਨੇਡਾ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਇਲੀਗਲ ਇਮੀਗ੍ਰੇਸ਼ਨ ਯੂਐਸਏ 'ਚ ਹੋ ਰਹੀ ਆ। ਉਸ ਦੇ ਸੰਬੰਧ ਦੇ ਵਿੱਚ ਖਬਰ ਇਹ ਆ ਰਹੀ ਆ ਵੀ ਜਿਹੜੀ ਯੂਐਸਏ ਦੀਆਂ ਅਥਾਰਟੀਜ਼ ਆ, ਜਿਹੜੇ ਇਲੀਗਲੀ ਕ੍ਰਾਸ ਕਰ ਰਹੇ ਯੂਐਸ ਕੈਨੇਡਾ ਬਾਰਡਰ, ਉਹਨਾਂ ਨੂੰ ਸਾਰਿਆਂ ਨੂੰ ਜਿਹੜੀ ਪਲੇਨ ਦੇ ਵਿੱਚ ਪਾ ਕੇ ਟੈਕਸਸ ਦੇ ਵਿੱਚ ਲਿਜਾ ਰਹੇ ਹੈਗੇ ਆ। ਇਸ ਮਹੀਨੇ 100 ਤੋਂ ਵੱਧ ਮਾਈਗ੍ਰੈਂਟਸ 2 ਚਾਰਟਰ ਫਲਾਈਟਸ ਦੇ ਰਾਹੀਂ ਪਲੈਟਸਬਰਗ, ਨਿਊਯਾਰਕ, ਜੋ ਕੈਨੇਡਾ ਦੇ ਨੇੜੇ ਬਾਰਡਰ ਹੈਗਾ, ਉੱਥੋਂ ਉਹਨਾਂ ਨੂੰ ਲਿਜਾ ਕੇ ਟੈਕਸਸ ਦਾ ਸ਼ਹਿਰ ਜੋ ਹੈਗਾ ਹਾਰਲਿੰਗਨ ਤੇ ਐਲ ਪਾਸੋ, ਉੱਥੇ ਲਿਜਾਇਆ ਗਿਆ ਹੈਗਾ। ਸੋ ਉੱਥੇ ਜਾ ਕੇ ਇਹਨੇ ਕੀ ਕਰਨਾ ਇਹ ਹੁਣ ਪਤਾ ਨਹੀਂ ਹੈ। ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਪਲੈਜ ਕੀਤਾ ਆ ਵੀ ਜਿਹੜਾ ਮਾਈਗ੍ਰੇਸ਼ਨ ਦਾ ਇਸ਼ੂ ਇਹ ਹੁਣ ਯੂਐਸ ਬਾਰਡਰ ਤੇ ਹੋ ਰਿਹਾ। ਉਹਨਾਂ ਨੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੇ ਨਾਲ ਓਟਾਵਾ ਦੇ ਵਿੱਚ ਜਿਹੜੀ ਮੀਟਿੰਗ ਹੋਈ ਆ, ਉਹਦੇ ਵਿੱਚ ਉਹਨਾਂ ਨੇ ਡਿਸਕਸ ਵੀ ਕੀਤਾ ਹੈਗਾ। ਇਹਦੇ ਨਾਲ ਹੀ ਜਿਹੜੇ ਅਸਾਈਲਮ ਸੀਕਰ ਆ ਯੂਐਸਏ ਦੇ ਵਿੱਚ, ਉਹ ਕੈਨੇਡਾ ਤੋਂ ਕਹਿੰਦੇ ਵੱਡੀ ਗਿਣਤੀ ਦੇ ਵਿੱਚ ਆ ਰਹੇ ਹੈਗੇ ਆ। 2900 ਦੇ ਕਰੀਬ ਲੋਕਾਂ ਨੂੰ ਇਲੀਗਲੀ ਕ੍ਰਾਸ ਕਰਦੇ ਕੈਨੇਡਾ ਤੋਂ ਯੂਐਸਏ ਦੇ ਵਿੱਚ ਫੜਿਆ ਗਿਆ ਆ। ਸੋ ਸਰੋਤਿਆਂ ਨੂੰ ਦੱਸਦੇ ਜਾਈਏ, ਜਿਹੜੇ ਮੈਕਸੀਕਨ ਸਿਟੀਜ਼ਨ ਆ, ਮੈਕਸੀਕੋ ਤੋਂ ਆ, ਉਹਨਾਂ ਦੀ ਕੈਨੇਡਾ ਦੇ ਵਿੱਚ ਐਂਟਰੀ ਆ। ਸੋ ਉਹਨਾਂ ਨੂੰ ਵੀਜ਼ਾ ਨਹੀਂ ਲੈਣਾ ਪੈਂਦਾ। ਸੋ ਬਹੁਤ ਸਾਰਿਆਂ ਨੇ ਹੁਣ ਇਹ ਦੇਖ ਲਿਆ ਵੀ ਜੇ ਬਾਰਡਰ ਤੇ ਸਖਤੀ ਆ ਤੇ ਉੱਥੇ ਕੈਨੇਡਾ ਜਾ ਕੇ ਉੱਥੋਂ ਬਾਰਡਰ ਕ੍ਰਾਸ ਕਰਕੇ ਇੱਧਰ ਆ ਜਾਓ। ਜੀ, ਬਿਲਕੁਲ। ਤੇ ਇਹ ਜਿਹੜੀਆਂ ਚੀਜ਼ਾਂ ਇਸ ਟਾਈਮ ਜਿਹੜੀਆਂ ਹਰਜੋਤ ਸਿੰਘ ਜੀ ਚੱਲ ਰਹੀਆਂ, ਤੇ ਸਟਾਕਸ ਦੇ ਉੱਤੇ ਜੇ ਆਪਾਂ ਨਜ਼ਰ ਅੱਜ ਦੇ ਦਿਹਾੜੀ ਦੇ ਸਮਾਪਤੀ ਦੇ ਵਿੱਚ ਜੋ ਮਾਰਦੇ ਜਾਈਏ, ਤਾਂ ਅੱਜ ਕਾਫੀ ਬਲੱਡ ਬਾਥ ਹੀ ਜਿਹੜਾ ਹੋ ਰਿਹਾ। ਜਿੱਦਾਂ ਆਪਾਂ ਦੱਸਿਆ ਵੀ 0.25% ਇਨਕਰੀਜ਼ ਕਰਨ ਤੋਂ ਬਾਅਦ ਦੇ ਵਿੱਚ ਇਨਵੈਸਟਰਸ ਨੇ ਆਪਣੀ ਮਨੀ ਜਿਹੜੀ ਆ ਉਹ ਕਢਾਉਣੀ ਸ਼ੁਰੂ ਕੀਤੀ। 530 ਪੁਆਇੰਟ ਡਾਊ ਜੋਨ ਅੱਜ ਥੱਲੇ ਗਿਰਾਵਟ ਦਰਜ ਕਰਦਾ ਹੋਇਆ 32,030 ਦੇ ਉੱਤੇ ਜਿਹੜਾ ਉਹ ਬੰਦ ਹੋਇਆ। S&P 66 ਪੁਆਇੰਟ ਘਟ ਕੇ 3937 ਤੇ, ਨੈਸਡੈਕ 190 ਪੁਆਇੰਟ ਘਟ ਕੇ 11,670 ਤੇ ਬੰਦ ਹੋਇਆ। ਸੋਨੇ ਦਾ ਭਾਅ $1973 ਜਿਹੜਾ ਪ੍ਰਤੀ ਆਉਂਸ ਰਿਹਾ ਆ। ਕੱਚੇ ਤੇਲ ਦੀ ਕੀਮਤ $70 ਪ੍ਰਤੀ ਬੈਰਲ। 10 ਈਅਰ ਯੀਲਡ 3.46% ਦੇ ਉੱਤੇ ਰਹੀ ਆ। ਬਿਟਕੋਇਨ 27,358 ਤੇ ਇਥੀਰੀਅਮ 1741 US$ ਦੇ ਬਰਾਬਰ ਚੱਲ ਰਿਹਾ ਹੈ। ਜੀ, ਤੇ ਇਸੇ ਤਰ੍ਹਾਂ ਇੱਕ ਖਬਰ ਲਾਸ ਐਂਜਲਸ ਸਕੂਲ ਡਿਸਟ੍ਰਿਕਟ ਦੀ ਜ਼ਰੂਰ ਕਰਨੀ ਆ, ਕਿਉਂਕਿ ਪ੍ਰੋਟੈਸਟ ਦੀ ਗੱਲ ਕਰਦੇ ਸੀ ਆਪਾਂ, ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਟੀਚਰ ਪ੍ਰੋਟੈਸਟ ਕਰ ਰਹੇ ਲਾਸ ਐਂਜਲਸ ਦੇ ਵਿੱਚ। 4,20,000 ਸਟੂਡੈਂਟ, 500,000 ਦੇ ਕਰੀਬ ਕਹਿੰਦੇ ਸਟੂਡੈਂਟਸ ਇਸ ਟਾਈਮ ਆਊਟ ਆਫ ਸਕੂਲ ਹੈਗੇ। 3 ਦਿਨ ਹੋ ਗਏ ਲਗਾਤਾਰ ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਜੋ ਸਕੂਲ ਵਰਕਰਸ ਆ ਉਹ ਸਟ੍ਰਾਈਕ ਦੇ ਉੱਤੇ। ਸੋ ਹੁਣ ਜਿਹੜੀ ਵਾਈਟ ਹਾਊਸ ਆ
ਉਹ ਵੀ ਵਿੱਚ ਇਨਵੋਲਵ ਹੋਣ ਨੂੰ ਫਿਰਦੇ ਵੀ ਇਹ ਤਾਂ ਬਹੁਤ ਵੱਡਾ ਇਸ਼ੂ ਬਣ ਗਿਆ ਤੇ ਕਿੰਨੇ ਦਿਨ ਹੋ ਗਏ ਆ ਬੱਚੇ ਜੋ ਉਹ ਸਕੂਲ ਨਹੀਂ ਅਟੈਂਡ ਕਰ ਸਕਦੇ ਹੈਗੇ। ਤੇ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 51 ਪੈਸੇ ਰਹੇ ਆ, $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਜੀ, ਪ੍ਰੋਗਰਾਮ ਦੀ ਜਿਹੜੀ ਹੁਣ ਇੱਥੇ ਹੀ ਸਮਾਪਤੀ ਆ। ਸਾਡੇ ਸਾਰਿਆਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਅਕਾਲ।